मेरा एक ही पैगाम है कि आपने ये महसूस नहीं करना अजनबियत कि यार पता नहीं कश्मीर में क्या होगा। आपने ये समझना, आपके भाई बैठे हैं वहाँ, आपका ज़ाती अपना डेरा है, आपके पैसे नहीं है फिर भी बताना है। हम ये चाहते हैं कि यार पैसे ना होने की वजह से ना कोई बंदा घूमने ना आए ना, ये ज़ाती है। ਇਹਨਾਂ ਪਹਾੜਾਂ ਦੇ ਵਿੱਚ ਕਸ਼ਮੀਰ ਦੇ ਪਹਾੜਾਂ ਦੇ ਵਿੱਚ ਜਦੋਂ ਵੀ ਤੁਹਾਨੂੰ ਇਸ ਤਰ੍ਹਾਂ ਦੀਆਂ ਬਸਤੀਆਂ ਨਜ਼ਰ ਆਣ ਤੇ ਉਹਨਾਂ ਦੀ ਇੱਕ ਯੂਨੀਕ ਜੀ ਗੱਲ ਤੁਹਾਨੂੰ ਦੱਸਾਂ। ਉਹ ਯੂਨੀਕ ਗੱਲ ਇਹ ਹੈ ਕਿ ਸਾਰੀਆਂ ਬਸਤੀਆਂ ਜਿਹੜੀਆਂ ਨਾ ਜਿੱਥੇ ਜਿੱਥੇ ਵੀ ਤੁਹਾਨੂੰ ਮਿਲਣਗੀਆਂ, ਇਹ ਬਸਤੀਆਂ, ਇਹ ਝੁੰਡ, ਇਹ ਗਾਉਂ, ਇਹ ਸਾਰਾ ਇੱਥੇ ਫਿਰ ਬ੍ਰੇਕ ਨਹੀਂ ਲੱਗਦੀ ਤੇ ਆਹ ਜਿਹੜੀ ਛੜੀ ਹੈ ਬਹੁਤ ਜ਼ਿਆਦਾ ਸਪੋਰਟ ਕਰਦੀ। ਹੁਣ ਦੇਖੋ ਇੱਥੋਂ ਅਸੀਂ ਢਲਾਣ ਉਤਰਨਾ, ਲੇਕਿਨ ਇੱਥੇ ਇਸ ਤਰ੍ਹਾਂ ਲੱਗਦਾ ਜਿਵੇਂ ਥੱਲੇ ਨੂੰ ਖਿੱਚਦੀ ਜ਼ਮੀਨ। ਇਸ ਵਜ੍ਹਾ ਤੋਂ बड़े एहतियात दे नाल आज भी मैं पैंट शर्ट पानी सी, लेकिन अमैर ने क्या नहीं आज यार व्यूअर्स आप सब बताना कि जट साहब को पैंट शर्ट खूबसूरत लगती है या फिर सूट अच्छा लगता है। बहुत ही बुरे लग रहे हैं आप इस लुक में, सीधी सी बात है, बुरा मत मानिएगा, लेकिन आप पैंट शर्ट में ही खूबसूरत लगते हैं। वो इंसान की पर्सनालिटी के ना वो कुछ चीज़ें होती हैं, आप में वो पैंट शर्ट जीन्स अच्छी लगती है जैसे आप पहले। अस्सलाम वालेकुम दोस्तों, की हाल है ਤੁਹਾਡਾ? ਸਿਹਤ ਵੀ ਠੀਕ ਹੈ ਦੋਸਤੋ। ਹੁਣ ਅਸੀਂ ਕਰਨ ਵਾਲੇ ਹਾਂ ਚੈੱਕ ਆਊਟ। ਕਮਰੇ ਦੇ ਵਿੱਚ ਖਲਾਰਾ ਪਿਆ ਹੋਇਆ, ਬੜਾ ਹੀ ਖੂਬਸੂਰਤ ਕਮਰਾ ਸੀ। ਸਾਹਮਣੇ ਨਜ਼ਾਰਾ ਬੜਾ ਪਿਆਰਾ ਸੀ, ਖਿੜਕੀਆਂ ਦੇ ਵਿੱਚ ਬਹੁਤ ਪਿਆਰੇ ਪਿਆਰੇ ਪਹਾੜ ਨਜ਼ਰ ਆਣ ਡੇ ਸੀ। ਉਹ ਸਾਹਮਣੇ ਤੁਹਾਨੂੰ ਬਰਫ਼ ਜੰਮੀ ਨਜ਼ਰ ਆਣ ਦੀ ਹੋਣੀ। ਸਾਡਾ ਇਰਾਦਾ ਤਾਂ ਇਹ ਸੀ ਕਿ ਅੱਜ ਅਸੀਂ ਉਹ ਤੁਹਾਨੂੰ ਬਰਫ਼ ਵੀ ਚੈੱਕ ਕਰਵਾਉਂਦੇ, ਲੇਕਿਨ ਕੁਝ ਲੋਕ ਜਿਹੜੇ ਨੇ ਉਹ ਕਹਿੰਦੇ ਕਿ ਅੱਗੇ ਜਿੱਥੇ ਜਾ ਰਹੇ ਨਾ ਅਸੀਂ, ਉਹ ਇਸ ਤੋਂ ਵੀ ਪਿਆਰੇ ਪਿਆਰੇ ਨਜ਼ਾਰੇ ਨੇ। ਤੇ ਥੈਂਕ ਯੂ ਸੋ ਮਚ ਸਰ। ਇਹਨਾਂ ਦਾ ਹੋਟਲ ਸੀ ਮਾਸ਼ਾਅੱਲਾ, ਇਹਨਾਂ ਨੇ ਬੜੀ ਅੱਛੇ ਤਰੀਕੇ ਦੇ ਨਾਲ ਸਾਨੂੰ ਸਰਵ ਕੀਤਾ, ਬਹੁਤ ਜ਼ਬਰਦਸਤ ਲੱਗਾ। ਬਹੁਤ ਸ਼ੁਕਰੀਆ ਜੀ, ਅਸਲਾਮ ਵਾਲੇਕੁਮ। ਹੁਣ ਜਾ ਰਹੇ ਹਾਂ ਅਸੀਂ ਇੱਕ ਨਵੇਂ ਐਡਵੈਂਚਰ ਤੇ ਨਵੇਂ ਵਲੌਗ ਸਟਾਰਟ ਕਰ ਲਿਆ ਤੇ ਸਾਰੀ ਟੀਮ ਸਾਡੀ ਰੈਡੀ ਹੈ। ਕਿੱਧਰ ਗਈ ਸਾਰੀ ਟੀਮ? ਚਲੀ ਗਈ ਅੱਗੇ। ਚਲੋ ਬਈ ਨਿਕਲੋ, ਨਜ਼ਾਰਾ ਚੈੱਕ ਕਰ ਲਓ ਤੁਸੀਂ। ਸਵੇਰ ਦਾ ਤਾਂ ਨਹੀਂ ਹੈਗੀ, ਖੈਰ 8-9 ਦਾ ਟਾਈਮ ਹੋ ਗਿਆ ਤੇ ਇਸ ਟਾਈਮ ਤੁਸੀਂ ਦੇਖ ਲਓ ਖੂਬਸੂਰਤ ਵਾਦੀ ਦਾ ਨਜ਼ਾਰਾ ਤੁਹਾਨੂੰ ਚੈੱਕ ਕਰਵਾਉਣਾ ਸੀ। ਸਾਰੀ ਟੀਮ ਸਾਡੀ ਹੁਣ ਰੈਡੀ ਹੋ ਕੇ ਤੇ ਵਾਪਸੀ ਦਾ ਸਫ਼ਰ ਜਾਰੀ ਹੋ ਸਾਰੀ ਹੈ। ਹੁਣ ਅੱਗੇ ਇੱਕ ਹੋਰ ਇਲਾਕਾ ਰਹਿ ਗਿਆ, ਉਹਦਾ ਨਾਮ ਵੀ ਸਾਡੇ ਜ਼ਿਹਨ ਚੋਂ ਨਿਕਲਿਆ ਹੋਇਆ, ਤਾਓਬਟ। ਹਾਂ, ਤਾਓਬਟ ਜਾ ਰਹੇ ਹਾਂ, ਜਿਹੜਾ ਕਿ ਪਾਕਿਸਤਾਨ ਦਾ ਕਸ਼ਮੀਰ, ਆਜ਼ਾਦ ਕਸ਼ਮੀਰ ਦਾ ਆਖਰੀ ਸਰਹੱਦ ਕਹਿ ਲਓ, ਆਖਰੀ ਇਲਾਕਾ ਕਰ। ਅੱਛਾ ਜੀ, ਓਕੇ, ਥੈਂਕ ਯੂ। ਓਕੇ, ਜ਼ਰੂਰ ਜਾ ਰਹੇ ਹਾਂ, हम उधर ही जा रहे हैं इंशाल्लाह। ਇਸ ਇਲਾਕੇ ਨੂੰ ਅਸੀਂ ਕਹਿ ਰਹੇ ਹਾਂ ਖਾਰਬਾਜ਼। ਆਖਰੀ ਦਫਾ ਦੀਦਾਰ ਕਰ ਲਈਏ ਪੂਰੇ ਇਲਾਕੇ ਦਾ। ਮਾਸ਼ਾਅੱਲਾ ਮਾਸ਼ਾਅੱਲਾ, ਇਹ ਇਲਾਕਾ ਸਾਨੂੰ ਬੜਾ ਜ਼ਬਰਦਸਤ ਲੱਗਾ, ਲੇਕਿਨ ਲੋਕ ਜਿਹੜੇ ਨਾ ਉਹ ਕਹਿ ਰਹੇ ਕਿ ਤਾਓਬਟ ਦਾ ਇਲਾਕਾ ਇਸ ਤੋਂ ਵੀ ਖੂਬਸੂਰਤ ਹੈ, ਇਸ ਤੋਂ ਵੀ ਜ਼ਿਆਦਾ ਪਿਆਰਾ ਹੈ। ਅੱਜ ਦਾ ਜਿਹੜਾ ਵਲੌਗ ਹੋਏਗਾ ਨਾ, ਉਹ ਅਸੀਂ ਸਫ਼ਰ ਜਾਰੀ ਉਹ ਸਾਰੀ ਕਰ ਰਹੇ ਹਾਂ। ਇਹ ਸਾਰਾ ਸਫ਼ਰ ਜਿਹੜਾ ਅਸੀਂ ਪਹਾੜ ਤੋਂ ਪੈਦਲ ਜਾ ਰਹੇ ਹਾਂ। ਇਸ ਤਰ੍ਹਾਂ ਹੀ ਹੈ ਸ਼ਾਰੀ ਸਾਹਿਬ? ਇਸ ਤਰ੍ਹਾਂ ਹੀ ਹੈ, ਪੈਦਲ ਸਫ਼ਰ ਕਰਾਂਗੇ। ਉਹ ਜਿਹੜੀ ਡੋਲੀ ਤੇ ਚੜੇ ਸੀ ਨਾ, ਡੋਲੀ ਦਾ ਸਫ਼ਰ ਨਹੀਂ ਕਰਾਉਣਾ, ਟੋਟਲ ਪੈਦਲ ਥੱਲੇ ਚੱਲ ਕੇ ਜਾਣਾ ਹੈ। ਹਾਂਜੀ, ਅਸੀਂ ਦਰਿਆ ਤੇ ਵਾਦੀ ਜਿਹੜਾ ਨਾ ਉਹ ਡੋਲੀ ਦੇ ਜ਼ਰੀਏ ਕ੍ਰਾਸ ਕੀਤਾ ਸੀ, ਪਿਛਲੀ ਵੀਡੀਓ 'ਚ ਤੁਸੀਂ ਦੇਖਿਆ ਹੋਣਾ, ਲੇਕਿਨ ਅੱਜ ਦੀ ਵੀਡੀਓ 'ਚ ਤੁਹਾਨੂੰ ਦਿਖਾਵਾਂਗੇ ਕਿ ਪੈਦਲ ਵੀ ਰਸਤਾ ਹੈਗਾ। ਹਾਏ, ਇੱਥੇ ਥੋੜੀ ਚੜਾਈ ਹੈ ਨਾ ਤੇ ਸਾਹ ਬਹੁਤ ਚੜਦਾ। ਪੈਦਲ ਵੀ ਰਸਤਾ ਹੈਗਾ ਤੇ ਉਸ ਪੈਦਲ ਰਸਤੇ ਥਾਂ ਜਾਵਾਂਗੇ। 2 ਤੋਂ 3 ਘੰਟੇ ਦਾ ਰਸਤਾ ਹੈ। 2-3 ਘੰਟੇ ਤੋਂ ਉੱਥੇ ਅਸੀਂ ਪਹੁੰਚਾਂਗੇ ਤੇ ਨਾਲ ਤੁਹਾਨੂੰ ਖੂਬਸੂਰਤ ਨਜ਼ਾਰੇ ਦਿਖਾਉਂਦੇ ਜਾਵਾਂਗੇ ਤੇ ਆਪਣੀ ਹਾਲਤ ਵੀ ਸ਼ੇਅਰ ਕਰਦੇ ਜਾਵਾਂਗੇ ਕਿ ਕਿੰਨੇ ਥਕਨ ਹੋ ਗਈ। ਅੜਨਕੇਲ ਗਾਉਂ ਸਾਡੇ ਪਿੱਛੇ ਤੇ ਅਸੀਂ ਜਾ ਰਹੇ ਹਾਂ ਕੇਲ ਗਾਉਂ। ਉਹ ਸਾਹਮਣੇ ਤੁਹਾਨੂੰ ਨਜ਼ਰ ਆ ਰਿਹਾ, ਉਹਨਾਂ ਤੁਹਾਨੂੰ ਜ਼ੂਮ ਕਰਕੇ ਦਿਖਾਉਂਦੇ ਹਾਂ ਅਸੀਂ। ਇਹ ਵਾਲਾ ਅੜਨਕੇਲ ਤੋਂ ਕੇਲ ਗਾਉਂ ਤੱਕ ਦਾ ਸਫ਼ਰ ਜਿਹੜਾ ਨਾ ਪੈਦਲ, ਉਹ ਤਕਰੀਬਨ ਕਹਿੰਦੇ ਜੀ 2 ਤੋਂ 2.5 ਘੰਟੇ ਲੱਗ ਜਾਣੇ। ਤੇ ਛੜੀ ਜ਼ਰੂਰੀ ਹੈ ਕਿਉਂਕਿ ਅੱਗੇ ਇਸ ਤਰ੍ਹਾਂ ਦੀ ਢਲਾਣ ਆਉਂਦੀ ਹੈ ਨਾ, ਫਿਰ ਛੜੀ ਦੇ ਨਾਲ ਥੋੜ੍ਹਾ ਜਿਹਾ ਸਪੋਰਟ ਚਾਹੀਦੀ ਹੁੰਦੀ ਹੈ ਤਾਂ ਕਿ ਤੁਹਾਡੀ ਬ੍ਰੇਕ ਲੱਗ ਸਕੇ, ਨਹੀਂ ਤੇ ਬ੍ਰੇਕ ਲੱਗਣਾ ਮੁਸ਼ਕਿਲ ਹੁੰਦਾ, ਕੋਈ ਹਾਦਸੇ ਦਾ ਖਤਰਾ ਹੁੰਦਾ। ਇਸ ਵਜ੍ਹਾ ਤੋਂ ਛੜੀਆਂ ਜਿਹੜੀਆਂ ਅਸੀਂ ਕੁਝ ਗੁੰਮ ਕਰ ਸਕੇ ਹਾਂ। ਆਹ ਸੂਬੇ ਖਾਨ ਨੇ ਛੜੀ ਲਈ ਸੀ, ਉਹਨੇ ਮੈਨੂੰ ਫੜਾਤੀ, ਉਹਨੇ ਕਿਹਾ ਤਾਹਰ ਤੂੰ ਮੇਰੀ ਜਾਨ ਹੈ, ਮੇਰਾ ਯਾਰ ਹੈ, ਤੂੰ ਛੜੀ ਇਸਤੇਮਾਲ ਕਰ। ਮੈਂ ਕਿਹਾ ਥੈਂਕ ਯੂ, ਬਹੁਤ ਸ਼ੁਕਰੀਆ। ਕਿਉਂਕਿ ਸੂਬੇ ਖਾਨ ਜਿਹੜਾ ਪਹਾੜਾਂ ਦਾ ਸ਼ਹਿਜ਼ਾਦਾ, ਇਹ ਜਿਹੜਾ ਇਹ ਸਫ਼ਰ ਕਰਦਾ ਰਹਿੰਦਾ, ਇਹਨੂੰ ਕੋਈ ਟੈਨਸ਼ਨ ਨਹੀਂ ਪਹਾੜਾਂ ਦੀ। ਇਸ ਤਰ੍ਹਾਂ ਹੀ ਹੈ ਨਾ। ਹਾਂ, ਤੇ ਇਹਨੇ ਕਿਹਾ ਯਾਰ ਤੇਰੇ ਵਾਸਤੇ ਖਤਰਾ, ਤੂੰ ਉਹ ਛੜੀ ਤੋਂ ਬਗੈਰ ਨਹੀਂ ਜਾਣਾ ਥੱਲੇ। ਉਹਨੇ ਮੈਨੂੰ ਛੜੀ ਦੇ ਦਿੱਤੀ। ਟਾਈਮ ਤੇ ਗਿਆ 10:36 ਮਿੰਟ 10:36 ਹੋ ਗਏ ਨੇ ਤੇ ਹੁਣ ਵੇਖਣਾ ਕਿ ਥੱਲੇ ਕਿੰਨੇ ਦੇਰ ਤੱਕ ਆਪਾਂ ਪਹੁੰਚਦੇ ਹਾਂ। ਠੀਕ ਹੈ ਨਾ? ਅਜੇ ਦੱਸ ਅੱਗੇ ਹੁਣ ਕਿੱਥੇ ਜਾ ਰਹੇ ਹਾਂ? ਅੱਗੇ ਜਾ ਰਹੇ ਅਸੀਂ ਤਾਓਬਟ ਦਾ ਇਲਾਕਾ ਬਹੁਤ ਖੂਬਸੂਰਤ, ਜਿਵੇਂ ਵਿਆਹ ਨਜ਼ਾਰੇ ਨਾ ਉਹ ਕਹਿੰਦੇ ਨੇ। ਨਹੀਂ ਬਾਕੀ ਤਾਂ ਠੀਕ ਆ, ਪੈਸੇ ਆਪਾਂ ਵਾਵਾ ਹੀ ਲਾ ਬੈਠੇ ਆ। ਕੋਈ ਨਹੀਂ, ਖੈਰ ਜਾ ਕੇ ਮੰਗਣਾ ਸ਼ੁਰੂ ਕਰ ਦਾਂਗੇ। ਮਜ਼ਾ ਤੇ ਆ ਰਿਹਾ ਨਾ, ਸਾਹਮਣੇ ਦੇਖੋ ਵਾਦੀਆਂ ਨਜ਼ਾਰੇ। ਤਾਂ ਜਿਹੜੀ ਚੀਜ਼ ਹੀ ਨਾ ਸਾਰੇ ਕਿਨੇ 20 ਰੁਪਏ ਦੀ ਜਾਂ ਮਰੀ ਦੇ ਵਿੱਚ 20 ਰੁਪਏ ਦੀ, ਇਹ ਉਤਲੇ ਇਲਾਕੇ ਦੇ ਵਿੱਚ ਨਰਕੇਲ ਦੇ ਵਿੱਚ ਇਹ ਹਿਵੇ ਪਈ ਉਹ 100 ਰੁਪਏ ਦੀ। ਬਿਲਕੁਲ ਉਹਦੇ ਰੀਜ਼ਨ ਕਿਉਂਕਿ ਇੱਥਾ ਤਿਆਰ ਨਹੀਂ ਕੀਤੀ ਮੈਂ ਇਥੋਂ ਖੁਦ ਉਹ ਪਿੱਛਾ ਘਿਣ ਕੇ ਆਨਨ, ਉਹਨਾਂ ਕੋਲ ਉਹਦਾ ਟੈਕਸ ਲੱਗਦਾ ਤਾਂ ਭਲਾ ਇੱਥਾਂ ਆ ਕੇ ਜਿਹੜਾ ਨਾ ਉਹ ਇੱਥਾਂ ਜਿਹੜਾ ਉਹਨਾਂ ਰੋਜ਼ੀ ਵੀ ਕਰਨੀ ਹੁੰਦੀ ਔਰ ਆਪਣੀ ਵੇਚਣੀ ਵੀ ਹੁੰਦੀ ਔਰ ਚੀਜ਼ ਪਿੱਛਾ ਕੋ ਵੀ ਪੈਸੇ ਦੇਣੇ ਉਹਨਾਂ ਨੂੰ। ਖਤਰਨਾਕ ਜੀ ਡਲਵਾਨ ਹੈ ਤੇ ਮੈਂ ਥੋੜਾ ਜਿਹਾ ਰਸਤਾ ਗਲਤ ਚੁਣ ਲਿਆ ਕਿਉਂਕਿ ਉਹ ਰਸਤਾ ਜਿਹੜਾ ਉਹ ਜਿੱਥੇ ਫੈਮਿਲੀ ਖੜੀ ਹੈ ਨਾ, ਉੱਥੋਂ ਦੀ ਇੱਧਰ ਨੂੰ ਜਾ ਕੇ ਤੇ ਫੇਰ ਥੋੜਾ ਜਿਹਾ ਲੰਬਾ ਸੀ। ਮੈਂ ਸ਼ਾਰਟਕਟ ਦੇ ਚੱਕਰਾਂ ਦੇ ਵਿੱਚ ਇੱਧਰੋਂ ਦੀ ਆਇਆ
ਤੇ ਥੋੜਾ ਖਤਰਾ ਮਹਿਸੂਸ ਹੋ ਰਿਹਾ। ਅੱਲਾ ਖੈਰ ਕਰੇ। ਅੱਗੇ ਫੇਰ ਵੇਖੋ ਕਿੰਨੀ ਢਲਾਨ ਹੈ, ਇੱਥੇ ਫਿਰ ਬ੍ਰੇਕ ਨਹੀਂ ਲੱਗਦੀ ਤੇ ਆਹ ਜਿਹੜੀ ਛੜੀ ਹੈ ਬਹੁਤ ਜ਼ਿਆਦਾ ਸਪੋਰਟ ਕਰਦੀ। ਹੁਣ ਦੇਖੋ ਇੱਥੋਂ ਅਸੀਂ ਢਲਾਨ ਉਤਰਨਾ, ਲੇਕਿਨ ਇੱਥੇ ਇਸ ਤਰ੍ਹਾਂ ਲੱਗਦਾ ਜਿਵੇਂ ਥੱਲੇ ਨੂੰ ਖਿੱਚਦੀ ਜ਼ਮੀਨ। ਇਸ ਵਜ੍ਹਾ ਤੋਂ ਬੜੇ ਇਹਤਿਆਤ ਦੇ ਨਾਲ ਨੈਕਸਟ ਇਨਸ਼ਾਅੱਲਾ ਕੋਸ਼ਿਸ਼ ਕਰਨੀ ਕਿ ਉਹੀ ਰਸਤਾ ਫੜੀਏ ਜਿਹੜਾ ਕਿ ਪ੍ਰੋਪਰ ਬਣਿਆ ਹੋਇਆ। ਜੇ ਤੇ ਕੰਕਰੀਟ ਦਾ ਫੁੱਟਪਾਥ ਬਣਿਆ ਹੋਇਆ ਉਹੀ ਰਸਤਾ ਹੁਣ ਇਸਤੇਮਾਲ ਕਰਨਾ, ਆਹ ਰਸਤਾ ਨਹੀਂ ਕਰਨਾ। ਆ ਬਹੁਤ ਖਤਰਨਾਕ ਹੈ, ਬਹੁਤ ਜ਼ਿਆਦਾ ਹੀ ਖਤਰਨਾਕ ਰਸਤਾ ਹੈ, ਲੇਕਿਨ ਫਿਰ ਵੀ ਹੁਣ ਜਾਣਾ ਤਾਂ ਹੈ ਹੀ ਹੈ ਕਿਉਂਕਿ ਵਾਪਸ ਉੱਤੇ ਵੀ ਨਹੀਂ ਜਾ ਸਕਦੇ ਤੇ ਥੱਲੇ ਇਸ ਤਰ੍ਹਾਂ ਸਫ਼ਰ ਕਰਕੇ ਜਾਣੇ। ਦਰਦਾਂ ਸ਼ੁਰੂ ਹੋ ਗਈਆਂ। ਆ ਜਿਹੜੇ ਇਹ ਗੋਡੇ ਹੈਗੇ ਨਾ, ਇਹਨਾਂ ਦੇ ਵਿੱਚ ਬਹੁਤ ਦਰਦ ਸ਼ੁਰੂ ਹੁੰਦੀ ਕਿਉਂਕਿ ਜ਼ਿਆਦਾ ਇਹਨਾਂ ਨੂੰ ਫੋਲਡ ਹੋਣਾ ਪੈਂਦਾ, ਇਹਨਾਂ ਨੂੰ ਜ਼ਿਆਦਾ ਵਜ਼ਨ ਬਰਦਾਸ਼ਤ ਕਰਨਾ ਪੈਂਦਾ। ਨਜ਼ਾਰੇ ਬਹੁਤ ਪਿਆਰੇ ਨੇ ਲੇਕਿਨ ਖਤਰਾ ਵੀ ਹੈਗਾ ਤੇ ਕੋਈ ਨਹੀਂ, ਚੈਲੰਜਸ ਨੇ ਤੇ ਜ਼ਿੰਦਗੀ ਹੈ ਤੇ ਲੁਤਫ ਹੈ, ਸਭ ਕੁਝ ਨਾਲ ਹੀ ਹੈ। ਇੱਕ ਰਸਤਾ ਆ ਜਾ ਰਿਹਾ ਜਿਹੜਾ ਪ੍ਰੋਪਰ ਰਸਤਾ ਹੈ, ਇੱਕ ਆ ਸ਼ਾਰਟਕਟ ਜਾ ਰਿਹਾ। ਅਸੀਂ ਸ਼ਾਰਟਕਟ ਨਹੀਂ ਲੈਣਾ ਕਿਉਂਕਿ ਸ਼ਾਰਟਕਟ ਪਹਿਲੇ ਲੈ ਕੇ ਤੇ ਥੋੜਾ ਜਿਹਾ ਡਰ ਲੱਗ ਰਿਹਾ ਸੀ, ਪਛਤਾ ਰਿਹਾ ਸੀ। ਹੁਣ ਜਾਣਾ ਇਸ ਰਸਤੇ ਸਾਨੂੰ। ਬਾਕੀ ਟੀਮ ਜਿਹੜੀ ਉਹ ਸਾਹਮਣੇ ਆ ਰਹੀ ਹੈ, ਤੁਸੀਂ ਦੇਖ ਸਕਦੇ ਹੋ। ਵੇਲਾ ਮੁੰਡਾ, ਬਾਕੀ ਸਾਰੇ ਜਿਹੜੇ ਨੇ ਉਹ ਆ ਰਹੇ ਨੇ ਤੇ ਅਸੀਂ ਜਾ ਰਹੇ ਹਾਂ ਇੱਧਰ ਸਾਈਡ ਤੇ ਤੁਹਾਨੂੰ ਦਿਖਾਈਏ ਤੇ ਕਾਫੀ ਸਾਰੇ ਜਿਹੜੇ ਨਾ ਮਿਨਰਲ ਵਾਟਰ ਦੀਆਂ ਬੋਤਲਾਂ ਪਈਆਂ ਹੋਈਆਂ। ਉਹ ਕਿਸੇ ਨੂੰ ਲੱਗਦਾ ਕਿ ਨੇਕ ਕੰਮ ਕੀਤਾ, ਸਾਰੀਆਂ ਬੋਤਲਾਂ ਜਿੰਨੀਆਂ ਵੀ ਪੀ ਕੇ ਪਾਣੀ ਉੱਥੇ ਹੀ ਸੁੱਟ ਦਿੰਦੇ ਨਾ ਪਹਾੜ ਦੇ ਉੱਤੇ ਹੀ, ਕਿਉਂਕਿ ਸਮਾਨ ਕੈਰੀ ਕਰਨਾ, ਬੋਤਲ ਕੈਰੀ ਕਰਨਾ ਬਹੁਤ ਮੁਸ਼ਕਿਲ ਹੈ ਚੜਾਈ ਦੇ ਵਿੱਚ, ਢਲਵਾਨ ਦੇ ਵਿੱਚ, ਹਾਈਕਿੰਗ ਦੇ ਦੌਰਾਨ। ਤੇ ਉਹ ਇਸ ਵਾਸਤੇ ਸਾਰੇ ਜਿੱਥੇ ਦਿਲ ਕਰਦਾ ਉੱਥੇ ਸੁੱਟ ਦਿੰਦੇ, ਲੇਕਿਨ ਕਿਸੇ ਨੇ ਬਹੁਤ ਹੀ ਅੱਛਾ ਕੰਮ ਕੀਤਾ। ਉਹ ਸਾਹਮਣੇ ਬੋਤਲਾਂ ਦਾ ਜਿਹੜਾ ਨਾ ਢੇਰ ਇਕੱਠਾ ਕਰ ਦਿੱਤਾ ਤੇ ਹੋ ਸਕਦਾ ਕਿ ਇੱਥੋਂ ਵਾਪਸ ਉਹਨੇ ਕੋਈ ਕਾਰੋਬਾਰ ਹੋਏ ਉਹਦਾ, ਉਹ ਇੱਥੋਂ ਲੈ ਜਾਏ ਵਾਪਸ ਤੇ ਵੇਚ ਵੀ ਦੇ। ਲੇਕਿਨ ਕੋਸ਼ਿਸ਼ ਕਰਨੀ ਚਾਹੀਦੀ ਯਾਰ, ਡਸਟਬਿਨ ਬਣੇ ਨੇ ਰਾਸਤਿਆਂ ਦੇ ਵਿੱਚ, ਕਾਫੀ ਸਾਰੇ ਡਸਟਬਿਨ ਆਉਂਦੇ ਨੇ, ਉਹ ਡਸਟਬਿਨ ਤੱਕ ਤੁਸੀਂ ਕੈਰੀ ਕਰੋ, ਉਹ ਡਸਟਬਿਨ ਦੇ ਵਿੱਚ ਜਾ ਕੇ ਤੇ ਸੁੱਟ ਦਿਓ ਤਾਂ ਕਿ ਆਲੂਦਗੀ ਵੀ ਨਾ ਫੈਲੇ ਤੇ ਲੋਕਾਂ ਦਾ ਵੀ ਫਾਇਦਾ ਹੋ ਜਾਏ। ਆਰਾਮ ਦੇ ਨਾਲ ਉੱਥੋਂ ਪਿਕ ਕਰਕੇ ਤੇ ਅੱਗੇ ਸੇਲ ਕਰ ਦੇਣ। अस्सलाम वालेकुम सर, कैसे हैं? वीडियो बना सकते हैं आपकी? सर ये दरख्त इतना जो लंबा है इसका नाम क्या है? ये ऐसे जो है ना, ये चीड़ की शक्ल के, ऐसे इलाकाई ज़बान में रेवड़ बोलते हैं। रेवड़ मेरे ख्याल में बड़ा मजबूत दरख्त है ये ना? बहुत मजबूत है। एक इससे भी ऐसे, ये 2-3 किस्म के, ये जैसे ये सामने जी जी। ये रेवड़ है, ये ऐसे कच्छल बोलते अच्छा, हैं। ये और वो अलग अलग है? वो अलग है। अच्छा अच्छा, ये वाला और वो वाला अलग कह रहे हैं। और ये इतनी ऊंचाई पे है कि मेरे ख्याल में वही है ना यार, वही है मेरे ख्याल में ये बहुत मजबूत लकड़ी है, ऐसे ही है ना? जी जी, ये बहुत मजबूत है। और ये सोने के भाव बिकती है पंजाब में या सिंध में, क्योंकि ये ज़्यादातर इतनी मजबूत सीधी लकड़ी कहीं भी नहीं मिलती जितनी सीधी बिल्कुल स्ट्रेट जा रही है। तकरीबन 400 फुट तो होगी, है ना? हाँ, इतनी है। थैंक यू सो मच, बहुत शुक्रिया जी। जो लोग हाइकिंग नहीं करना चाहते या सख्ती तो बचना चाहते हैं, वो ਇੱਥੇ ਘੋੜੇ ਲੱਗੇ ਹੋਏ ਨੇ, ਘੋੜਿਆਂ ਦੇ ਥਰੂ ਵੀ ਸਫ਼ਰ ਕਰ ਸਕਦੇ ਨੇ। ਘੋੜਾ ਮੇਰੇ ਖਿਆਲ 500 ਜਾਂ 1000 ਦੇ ਵਿੱਚ ਤੁਹਾਨੂੰ ਅਵੇਲੇਬਲ ਹੈਗਾ। ਇੱਥੋਂ ਤੁਸੀਂ ਘੋੜੇ ਤੇ ਬਹਿ ਕੇ ਵੀ ਇਸੇ ਰਸਤੇ ਥਾਣੀ ਉੱਤੇ ਜਾ ਸਕਦੇ ਹੋ। ਲੇਕਿਨ ਅਸੀਂ ਕਿਉਂਕਿ ਐਡਵੈਂਚਰ ਪਸੰਦ ਆ, ਅਸੀਂ ਸੋਚਿਆ ਪੈਦਲ ਹੀ ਜਾਣਾ ਤੇ ਪੈਦਲ ਹੀ ਆਣਾ। ਲੇਕਿਨ ਅਸੀਂ ਸੋਚ ਰਹੇ ਸੀ ਕਿ ਥੱਲੇ ਦਰਿਆ ਤੱਕ ਪੈਦਲ ਜਾਵਾਂਗੇ, ਲੇਕਿਨ ਇੱਥੇ ਤੱਕ ਆ ਕੇ ਹਾਲਤ ਸਾਡੀ ਹੋ ਗਈ ਟਾਇਟ। ਹੁਣ ਅਸੀਂ ਇੱਥੋਂ ਫਿਰ ਡੋਲੀ ਤੇ ਬੈਠ ਕੇ, ਉਹ ਸਾਹਮਣੇ ਰਸ਼ ਦੇਖ ਸਕਦੇ ਹੋ, ਉੱਥੋਂ ਡੋਲੀ ਤੋਂ ਬੈਠ ਕੇ ਤੇ ਫਿਰ ਅੱਗੇ ਜਾਵਾਂਗੇ। ਸਾਹਮਣੇ ਦੇਖ ਸਕਦੇ ਹੋ ਤੁਸੀਂ ਖੋਤੇ ਜਾਂ ਗਧੇ ਜਿਹਨੂੰ ਕਿਹਾ ਜਾਂਦਾ, ਬਜਰੀ ਦਾ ਸਮਾਨ ਲੈ ਕੇ, ਜਿਹੜਾ ਵੀ ਕੰਸਟਰਕਸ਼ਨ ਦਾ ਸਮਾਨ ਹੈ ਉਹ ਸਾਰਾ ਗਧਿਆਂ ਦੇ ਥਰੂ ਥੋੜਾ ਉੱਤੇ ਜਾਂਦਾ ਹੈ। ਤੇ ਦੇਖੋ ਕਿੰਨੀ ਮੁਸ਼ਕਲ ਜ਼ਿੰਦਗੀ ਹੈ ਉੱਤੇ। ਤੇ ਉੱਤੇ ਅਗਰ ਕੋਈ ਚੀਜ਼ ਮਹਿੰਗੀ ਮਿਲਦੀ ਵੀ ਹੈ ਨਾ ਤੇ ਉਹ ਡਿਜ਼ਰਵ ਕਰਦੇ ਨੇ ਭਾਈ, ਉਹ ਮਹਿੰਗਾਈ ਉੱਥੇ ਡਿਜ਼ਰਵ ਕਰਦੀ, ਉਹ ਇਲਾਕਾ ਡਿਜ਼ਰਵ ਕਰਦਾ, ਕਿਉਂਕਿ ਬਹੁਤ ਸਾਰੇ ਲੋਕ ਜਿਹੜੇ ਨੇ ਸਿਰਫ ਇੰਜੋਏ ਕਰਨ ਆਉਂਦੇ, ਲੇਕਿਨ ਇਹ ਨਹੀਂ ਪਤਾ ਕਿ ਇਹਦੇ ਪਿੱਛੇ ਕਿੰਨੀਆਂ ਕੁ ਮੁਸ਼ਕਲਾਂ, ਕਿੰਨੀਆਂ ਕੁ ਤਕਲੀਫਾਂ ਨੇ। ਵਾਪਸੀ ਵਾਸਤੇ ਸੋਚਿਆ ਸੀ ਕਿ ਉਸ ਰਸਤੇ ਸਾਨੂੰ ਜਾਵਾਂਗੇ ਜਿਹੜਾ ਦਰਿਆ ਦੇ ਵਿੱਚੋਂ ਦੀ ਹੋ ਕੇ ਜਾਏਗਾ, ਪੈਦਲ ਜਾਵਾਂਗੇ, ਲੇਕਿਨ ਇੱਥੇ ਆ ਕੇ ਸਾਡੀ ਹੋ ਗਈ ਬੱਸ। ਸਾਡੇ ਜਿਹੜੇ ਅਸਾਬ ਜਵਾਬ ਦੇ ਚੁੱਕੇ ਨੇ ਤੇ ਅਸੀਂ ਹੁਣ ਨਾ ਉਹ ਡੋਲੀ ਸਾਹਮਣੇ ਆ ਰਹੀ ਹੈ, ਉਹਦੇ ਥਰੂ ਜਾਣਾ। ਕਿੰਨਾ ਸਾਰਾ ਰਸ਼ ਲੱਗਾ ਹੋਇਆ, ਲਾਈਨ ਲੱਗੀ ਹੋਈ। ਲਾਈਨ ਵੀ ਇਸ ਤਰ੍ਹਾਂ ਲੱਗੀ ਕਿ ਨਾ ਤੁਸੀਂ ਬਹਿ ਸਕਦੇ ਹੋ, ਨਾ ਖੜੇ ਹੋ ਸਕਦੇ ਹੋ ਸਹੀ ਤਰ੍ਹਾਂ, ਤੇ ਨਾ ਹੀ ਤੁਸੀਂ ਕ੍ਰਾਸ ਕਰਕੇ ਅੱਗੇ ਜਾ ਸਕਦੇ ਹੋ। ਤੇ ਇੱਥੇ ਕੋਈ ਇੰਤਜ਼ਾਮ ਐਸਾ ਹੋਣਾ ਚਾਹੀਦਾ ਕਿ ਜਿੱਥੇ ਬੰਦਾ ਸਟੇ ਕਰਕੇ ਵੇਟ ਕਰ ਸਕੇ, ਤਾਂ ਕਿ ਜਿਹੜੇ ਬਹੁਤ ਜ਼ਿਆਦਾ ਗਰਮੀ ਦੀ ਵਜ੍ਹਾ ਤੋਂ ਇੱਥੇ ਵੇਟ ਕਰਦੇ ਨਾ ਤੇ ਫਿਰ ਤੰਗੀ ਬਹੁਤ ਜ਼ਿਆਦਾ ਹੁੰਦੀ ਹੈ, ਤਕਲੀਫ ਹੁੰਦੀ ਹੈ ਕਿ ਕਾਫੀ ਜ਼ਿਆਦਾ ਅੱਗੇ ਵੀ ਲਾਈਨ ਲੱਗੀ ਹੋਈ ਤੇ ਕਮ ਸੇ ਕਮ ਇੱਥੇ ਲਾਈਨ 'ਚ ਲੱਗ ਕੇ ਤੇ ਕਮ 1.5 ਘੰਟਾ ਵੇਟ ਕਰਨਾ ਪੈਂਦਾ। ਉਸ ਤੋਂ ਬਾਅਦ ਫਿਰ ਵਾਰੀ ਆਉਂਦੀ। ਹਾਂਜੀ, ਹਰ ਬੰਦੇ ਕੋਲ ਆਪਣੀ ਆਪਣੀ ਸਟਿਕ, ਇੱਕ ਮੇਰੇ ਕੋਲ ਤੇ ਇੱਕ ਸੂਬਾ ਖਾਨ ਕੋਲ ਸਟਿਕ ਨਹੀਂ ਹੈਗੀ। ਅਸੀਂ ਸਟਿਕਾਂ ਪੁੱਲ ਆਏ ਸੀ ਉੱਥੇ, ਹੁਣ ਜਾ ਕੇ ਵਾਪਸੀ ਤੁਸੀਂ ਆਪ ਹੀ ਸਟਿਕ ਹੋ ਤੇ ਕੀ ਮਤਲਬ? ਤੁਸੀਂ ਵੱਡੀ ਵੱਡੀ ਡਾਂਗ ਹੋ ਜਿਹੜੀ ਲੋਕਾਂ ਨੂੰ ਇੱਕ ਦੂਸਰੇ ਨੂੰ ਦਿੱਤੀ ਹੁੰਦੀ। ਚਲੋ ਨਹੀਂ, ਉੱਥੇ ਜਾ ਕੇ ਅਸੀਂ ਹੁਣ ਸਟਿਕਾਂ ਲੈ ਕੇ ਵਾਪਸ ਕਰਨੀਆਂ ਕਿਉਂਕਿ ਉਹਨੇ ਸਾਡਾ ਐਡਵਾਂਸ ਰੱਖਿਆ ਹੋਇਆ। 500 ਰੁਪਏ ਜੁਰਮਾਨਾ ਨਹੀਂ ਕੋ ਪੁੱਛੇ ਜਿਹਦੀ ਛੋਟੀ ਬਣੀ ਜੀ ਉਹਦੇ ਕੋ 500। ਹਾਂਜੀ ਪੂਰਾ 500, ਪੂਰਾ 500 ਇੱਕ ਸੋਟੀ ਦਾ, ਸਾਰੀਆਂ ਸੋਟੀਆਂ ਦਾ 500। ਭਾਈ ਜਾਨ ਉਹਨਾਂ ਨੇ ਕਿਹਾ ਇੱਕੋ ਵੀ ਗੁੰਮ ਕਰੋਗੇ ਤੇ 500 ਰੁਪਏ ਨਹੀਂ ਮਿਲਣਾ। ਤੇ ਫਿਰ ਸੋਟੀਆਂ ਅਸੀਂ ਨਾਲ ਲੈ ਜਾਂਦੇ 500 ਉਹਨਾਂ ਦੇ ਕੋਲ ਰਹੇ। ਤੇ ਫਿਰ ਛੋਟੀਆਂ ਕੀ ਕਰਾਂਗੇ ਉੱਥੇ ਜਾ ਕੇ? ਕਿਸੇ ਇੱਕ ਦੂਜੇ ਨੂੰ ਮਾਰਨ ਨਹੀਂ ਰੱਖਾਂਗੇ। ਅੱਗੇ ਵੀ ਹਾਈਕਿੰਗ ਕਰਾਂਗੇ, ਅੱਗੇ ਜਾ ਕੇ ਅੱਗੇ ਵੀ ਕਰਨੀ। ਹੁਣ ਉੱਥੇ ਜਾ ਕੇ ਪਤਾ ਕਰਾਂਗੇ। ਮੈਂ ਆਪਣੀ ਸਟਿਕ ਇੱਕ ਤੇ ਉੱਥੇ ਬੰਦੇ ਕੋਲ ਰਖਵਾਇਆ ਸੀ, ਦੂਸਰੀ ਸਾਡੀ ਵੈਸੇ ਇੱਕ ਰਹਿ ਗਈ ਸੀ, ਉਹ ਵੀ ਪੁੱਛਾਂਗੇ ਜਾ ਕੇ। ਮਿਲ ਗਈ ਤੇ ਠੀਕ ਹੈ, ਇਹਨੇ ਜੁਰਮਾਨਾ ਭਰਨਾ ਪੈਣਾ। ਦਰਵਾਜ਼ਾ ਬੰਦ ਹੋ ਗਿਆ, ਸਾਰੇ ਲੋਕ ਅਸੀਂ ਬੈਠ ਗਏ ਹਾਂ ਤੇ ਫਿਰ ਇੱਧਰ ਸਫ਼ਰ ਸਾਡਾ ਜਾਰੀ ਹੋ ਸਾਰੀ ਹੈ।
ਇੱਕ ਵਾਰੀ ਫੇਰ ਡੋਲੀ ਦੇ ਵਿੱਚ ਬੈਠ ਕੇ ਤੇ ਫੇਰ ਉੱਧਰ ਜਾ ਰਹੇ ਹਾਂ ਜਿੱਥੋਂ ਕਿ ਅਸੀਂ ਆਏ ਸਾਂ, ਜਿੱਥੇ ਸਾਡੀ ਗੱਡੀ ਖੜੀ ਹੈ, ਜਿੱਥੇ ਹੋਟਲ ਦੇ ਵਿੱਚ ਅਸੀਂ ਪਰਸੋਂ ਸਟੇ ਕੀਤਾ ਸੀ। ਵਾਪਸ ਉਸੇ ਜਗ੍ਹਾ ਤੇ ਜਾ ਰਹੇ ਹਾਂ। ਓਏ ਹੋਏ ਹੋਏ ਯਾ ਅੱਲਾ ਖੈਰ, ਯਾ ਅੱਲਾ ਖੈਰ। ਬਹੁਤ ਹੀ ਖਤਰਨਾਕ ਜਿਹਾ ਸੀਨ ਹੁੰਦਾ। ਥੋੜੇ ਦਿਲ ਦੇ ਲੋਕ ਨੇ ਨਾ, ਉਹਨਾਂ ਵਾਸਤੇ ਸਫ਼ਰ ਜਿਹੜਾ ਥੋੜਾ ਜਿਹਾ ਮੁਸ਼ਕਲ ਹੋ ਸਕਦਾ, ਪਰੇਸ਼ਾਨੀ ਵਾਲਾ ਹੋ ਸਕਦਾ। ਤੇ ਤੁਸੀਂ ਆਪਣੇ ਹਵਾਸ ਤੇ ਕਾਬੂ ਰੱਖਣਾ, ਪਰੇਸ਼ਾਨ ਨਹੀਂ ਹੋਣਾ ਤੇ ਤੁਸੀਂ ਇੰਜੋਏ ਕਰਨਾ। ਔਰ ਸਕੂਨ ਨੇ ਹੱਸਦੇ ਮੁਸਕਰਾਉਂਦੇ ਤੇ ਇਹ ਅਸੀਂ ਸਫ਼ਰ ਜਾਰੀ ਸਾਡੀ ਕਰ ਰਹੇ ਹਾਂ। ਸਾਡੇ ਥੱਲੇ ਦਰਿਆ ਗੁਜ਼ਰ ਰਿਹਾ, ਉਹ ਪਹਾੜਾਂ ਦੇ ਵਿੱਚੋਂ ਦੀ, ਵਾਦੀਆਂ ਦੇ ਵਿੱਚੋਂ ਦੀ ਹੁੰਦਾ ਆ ਰਿਹਾ। ਤੇ ਹੁਣ ਅਸੀਂ ਇਸ ਟਾਈਮ ਅੱਧ ਦੇ ਵਿੱਚ ਆਏ ਹਾਂ। ਆਹ ਸੈਂਟਰ ਹੈਗਾ, ਬਿਲਕੁਲ ਸੈਂਟਰ, ਤੇ ਅਸੀਂ ਉਹ ਅੱਗੇ ਤੱਕ ਜਾਣਾ। ਅਲਹਮਦੁਲਿਲਾ ਬੜੇ ਖੈਰ ਖਰੀਦ ਦੇ ਨਾਲ ਸਾਡੀ ਪੂਰੀ ਟੀਮ ਤੇ ਅਸੀਂ ਪਹੁੰਚ ਚੁੱਕੇ ਹਾਂ। ਇੱਥੇ ਬ੍ਰੇਕ ਲੱਗਣ ਵਾਲੀ ਹੈ। ਇੱਥੇ ਸਟੇਕ ਭੁੱਲ ਗਿਆ ਸੀ, ਮੈਂ ਉਹਨਾਂ ਨੂੰ ਪੁੱਛਣਾ भाई अस्सलाम वालेकुम भाईजान, कैसे हैं? पहचान लिया? कल स्पीकर में आपके ऐलान किया था यार, इधर मेरी स्टिक रह गई थी, वो तो नहीं मिली यार। इधर कितने लोग आते हैं, स्टिक नजर तो नहीं है, देखें अगर मिल जाएगी। अच्छा चले ठीक है। इधर बच्चा एक था ना टूरिस्ट का, उसने उठा ली। अच्छा चलें, यानी कि इसका मतलब इधर से स्टिक मिलने वाली नहीं है। आगे चलते हैं। छड़ियाँ वगैरह उन्होंने क्लीयर कर ਦਿੱਤੀਆਂ ਤੇ ਹੁਣ ਅਸੀਂ ਜਾ ਕੇ ਇਹ ਪਹਾੜ ਦੀ ਜਿਹੜੀ ਢਲਾਨ ਹੈ ਨਾ, ਇਹ ਉੱਤਰ ਕੇ ਤੇ ਉਹ ਸਾਹਮਣੇ ਹੋਟਲ ਦੇ ਵਿੱਚ ਜਾ ਕੇ ਸਾਡੀ ਗੱਡੀ ਖੜੀ, ਉੱਥੋਂ ਫਿਰ ਗਏ ਤਾਊ ਬੱਟਾ ਜਾਂ ਕਿਹੜਾ ਤਾਊ ਬੱਟ ਜਾਵਾਂਗੇ। ਤਾਊ ਬੱਟ ਜਾ ਰਹੇ। ਉਹ ਸਾਹਮਣੇ ਦਰਖਤ ਨਜ਼ਰ ਆ ਰਹੇ, ਉਹ ਅੜਨਕੇਲ ਸੀ, ਉਹਦੇ ਬੈਕ ਸਾਈਡ ਤੇ ਅੜਨਕੇਲ ਸੀ। ਉੱਥੋਂ ਅਸੀਂ ਵਾਪਸ ਕੇਲ ਦੇ ਇਲਾਕੇ ਚ ਆ ਗਏ ਹਾਂ। ਫਾਈਨਲੀ ਦੋਸਤੋ ਸਾਰੇ ਭਰਾ ਅਸੀਂ ਰੈਡੀ ਹੋ ਚੁੱਕੇ ਹਾਂ। ਪਿਛਲੇ ਹੋਟਲ ਦੇ ਵਿੱਚ ਸਾਡੀ ਰਿਹਾਇਸ਼ ਸੀ ਤੇ ਅਲਹਮਦੁਲਿਲਾ ਅਸੀਂ ਰੈਡੀ ਹੋ ਹੁਣ ਕਿੱਧਰ ਜਾ ਰਹੇ ਹਾਂ? ਹੁਣ ਨਾ ਤੈਨੂੰ ਪਤਾ ਤੇ ਨਾ ਮੈਨੂੰ ਪਤਾ। ਤੈਨੂੰ ਪਤਾ ਹੈ ਕਿੱਧਰ ਜਾ ਰਹੇ ਹਾਂ? ਮੈਨੂੰ ਵੀ ਨਹੀਂ ਪਤਾ। ਸੁਬੇ ਖਾਂ ਕੋਈ ਨਹੀਂ ਪਤਾ। ਕੋਈ ਪਤਾ ਨਹੀਂ ਕਿੱਧਰ ਜਾ ਰਹੇ ਹਾਂ। ਜਿੱਧਰ ਨੂੰ ਮੂੰਹ ਹੋ ਗਿਆ ਗੱਡੀ ਦਾ ਨਾ, ਜਦੋਂ ਲਾਈ ਦੀ ਗੱਡੀ ਜਿੱਧਰ ਸਾਡੇ ਮੂੰਹ। ਗੱਡੀ ਦਾ ਮੂੰਹ ਨਹੀਂ ਹੋ ਗਿਆ, ਤੁਸੀਂ ਪੈਦਲ ਆਣਾ, ਮੈਂ ਗੱਡੀ ਤੇ ਜਾਣਾ। ਅਸੀਂ ਤੇਰੇ ਨਾਲ ਹੀ ਆ ਫਿਰ। ਨਾ ਮੈਂ ਨਹੀਂ ਲੈ ਜਾਣਾ। ਨਾ ਕਿਉਂ ਭਾਈ? ਮੇਰੀ ਮਰਜ਼ੀ। ਮੈਂ ਹਾਂ ਅਸੀਂ ਇੱਥੇ ਲਾਂਗੇ ਫਿਰ। ਪੈਦਲ ਭੇਜ ਰਿਹਾ, ਉਹ ਪੈਦਲ ਆਊਗਾ। ਓਏ ਵਾਹ ਭਾਈ ਵਾਹ, ਪੈਦਲ ਸਫ਼ਰ ਕਰਾਂਗੇ, ਘਰ ਤੱਕ ਮਜ਼ੇ ਆਉਣਗੇ। ਹਾਂ ਸਾਡਾ ਸੂਬਾ ਖਾਨ, आओ जी आओ, सामान रखो माशाल्लाह माशाल्लाह। भाईजान एडवर्टाइज करें। भाईजान कैसा लग रहा है मुझे बताएं ज़रा। आपने कुछ कॉम्प्लीमेंट्स दिए थे क्या किस चीज़ के? जो मुझे पहली दफ़ा इस लुक में देखा था, वही थे। बहुत ही बुरे लग रहे हैं आप इस लुक में, सीधी सी बात है, बुरा मत मानिएगा, लेकिन आप पेंट शर्ट में ही खूबसूरत लगते हैं। वो हर क्यों? इंसान की पर्सनालिटी के ना वो कुछ चीज़ें होती हैं। आप में वो पेंट शर्ट जीन्स अच्छी लगती है, जैसे आप पहले। अच्छा तो अभी उतार सकता हूँ या अभी पहने रखूँ? अभी पहने, यहाँ लेडीज़ हैं, फैमिलीज़ हैं, घर है, शहर नहीं है। मैं वो इधर नहीं, यानी कि चेंज कर सकता हूँ। चेंज कीजिएगा। नहीं अभी इस टूर के बाद चेंज करेंगे इंशाल्लाह, क्योंकि हर बंदे को ना वैसे ही बंदा एक्सेप्ट कर लेता है जैसा वो होता है। अब बहुत सारे लोग जो है ना वो हंसी मजाक पसंद करते हैं, फिर वैसी ही उनकी रूटीन जो होती है ना बन जाती है, और लोग भी उनको वैसा ही देखना चाहते हैं। अब मुझे पेंट शर्ट में देखते हैं ज़्यादा। शहजाद भाई ने देखते ही कहा था कि आपको पेंट शर्ट बिल्कुल अच्छी लगती भी है, तो लेकिन आप वो कह रहे हैं कि आपको हम एक्सेप्ट नहीं कर रहे इन कपड़ों में, तो इसलिए आप पेंट शर्ट ही पहना करें। चलो जी गाड़ी हो गई रेडी, ਅਸੀਂ ਵੀ ਹੋ ਗਏ ਆ ਰੈਡੀ ਤੇ ਹੁਣ ਗੱਡੀ ਦੇ ਵਿੱਚ ਬੈਠਦੇ ਆ। ਬੋਤਲਾਂ ਅਸੀਂ ਪਾਣੀ ਦੀਆਂ ਵਿੱਚ ਰੱਖ ਲਈਆਂ। ਚਲੋ ਜੀ ਬਾਏ ਬਾਏ ਕੇਲ, ਬਾਏ ਬਾਏ ਅੜਨਕੇਲ। ਵੇਲੇ ਮੁੰਡੇ ਦੇ ਨਾਲ ਆਉਣ ਦਾ ਬੜਾ ਫਾਇਦਾ ਹੈ। ਉਹ ਫਾਇਦਾ ਕੀ ਹੈ ਜਨਾਬ ਕਿ ਜਿਹੜੇ ਵੀ ਇਸ ਸਾਈਡ ਤੇ ਹੋਟਲ ਨੇ, ਫੈਨ ਫਾਲੋਇੰਗ ਬਹੁਤ ਜ਼ਿਆਦਾ। ਉਹ ਫੈਨ ਫਾਲੋਇੰਗ ਦੀ ਵਜ੍ਹਾ ਤੋਂ ਸਾਡਾ ਖਰਚਾ ਬਹੁਤ ਘੱਟ ਹੋ ਰਿਹਾ। ਹਰ ਕੋਈ ਕਹਿੰਦਾ ਸਾਡੇ ਕੋਲ ਆ ਕੇ ਖਾਣਾ ਖਾ ਲਓ, ਸਾਡੇ ਕੋਲ ਆ ਕੇ ਖਾਣਾ ਖਾ ਲਓ। ਹੁਣ ਅਸੀਂ ਸਾਹਮਣੇ ਇਸ ਹੋਟਲ ਦੇ ਵਿੱਚ ਜਾ ਕੇ ਤੇ ਖਾਣਾ ਖਾਣ ਲੱਗੇ ਆ। ਬੈਕ ਸਾਈਡ ਤੇ ਅਸੀਂ ਹੁਣ ਨਾਸ਼ਤਾ ਕਰਾਂਗੇ। ਉਹਦੇ ਬਿਲਕੁਲ ਸਾਹਮਣੇ ਤੁਸੀਂ ਦੇਖੋ ਕਿ ਗਵਰਨਮੈਂਟ ਗਰਲਜ਼ ਡਿਗਰੀ ਕਾਲਜ ਕੇਲ ਡਿਸਟ੍ਰਿਕਟ ਨੀਲਮ, ਯਾਨੀ ਕਿ ਜਿਹੜਾ ਨਾ ਕਿੱਧਰ ਗਿਆ ਆ ਗਿਆ। ਕੇਲ ਜਿਹੜਾ ਸਿਟੀ ਹੈ, ਕਸਬਾ ਹੈ, ਤੇ डिस्ट्रिक्ट ਜਿਹੜਾ नीलम है, नीलम डिस्ट्रिक्ट लगता है। माशाल्लाह खाना वगैरह आ रहा है और साथ साथ सर्व कर रहे हैं। और ये है हमारे नगार साहब। कैसे हैं सर आप? ठीक है बहुत शुक्रिया आपका, आप लोग आए जी। थैंक यू। आज का जो डिनर हम ये इकट्ठा ही, हमारा नाश्ता भी है, लंच भी है और डिनर भी ये है, ये निगार साहब की तरफ से। सर बहुत शुक्रिया आपका, हमारी तरफ से ये आपका नसीब था। माशाल्लाह बिरयानी कह रहे हैं कि बड़ी ज़बरदस्त है माशाल्लाह। और हम इनसे पूछते हैं कि इनका जो है ना सिस्टम क्या है, क्या करते हैं ये। आप थोड़ा सा अपना तारफ़ करो। मेरा नाम है निगार और बंजारा निगार नाम से मेरा फेसबुक पेज है। सोशल मीडिया इन्फ्लुएंसर हूँ।
जी जी और ये मैं केल में रहता हूँ तो लोकल हूँ, हमने ये डेरा एक बनाया हुआ है यहाँ पे। जी जी अब हम होटल भी बनाते हैं तो होटल में होता है ना कि अपनाइयत नहीं होती, आप आते हैं पैसे देते हैं खाना खाते हैं चले जाते हैं। डेरे का ही होता है ना, अब लड़के हमारे पास आते हैं, कोई बाइकर हैं, कोई बेचारे लोकल ट्रांसपोर्ट पे आते हैं, हाँ जी हाँ जी यहाँ पे बैग रखवाते हैं, खुद किसी ने बनाना हो बना लेते हैं, हम हमारे पास कुछ खाना हो खा लेते हैं, जी जी फिर यहाँ से चले जाते हैं। डेरा हमने इधर बनाया है। तो टूरिज्म का काम भी करते हैं, मैं टूर ऑपरेटर भी हूँ। अच्छा, कौन कौन सी सर्विसेज जो है आप प्रोवाइड करते हैं? हम जो हमारी कंपनी है वो ट्रांसपोर्ट, अकोमोडेशन, फूड तीनों, यानी आपका मुकम्मल पैकेज इस्लामाबाद टू इस्लामाबाद, लाहौर टू लाहौर हम देते हैं। अच्छा और हमारी ये कंपनी बहुत स्पेशल है, उसकी वजह है कि हम लोकल हैं ना, तो लोकेलिटी में जो चीज़ें बाहर वाला टूर ऑपरेटर अरेंज नहीं कर सकता, जिस तरह आप देख रहे हो कि ट्राउट फिश है हमारे मेन्यू में, तो ये बहुत मुश्किल है कोई अरेंज करे। तो हम यही हैं, क्योंकि आपने वहाँ से आना है तो सीधा ऑफिस आना है। एक तो एतमाद ये है ना कि लोग पैसे लेके भाग जाते हैं, हम भाग नहीं सकते, हम लोकल हैं, आप हैं भी मुकामी और हैं भी बिल्कुल रोड के ऊपर, तो आपके जो एजेंसी रोड है- के ऊपर हैं, इसलिए यानी कि लोग आते हैं, मोहब्बतें देते हैं। तो बाकी आप जैसे लोग आते हैं, मेरा एक ही पैगाम है कि आपने ये महसूस नहीं करना अजनबियत कि यार पता नहीं कश्मीर में क्या होगा। आपने ये समझना, आपके भाई बैठे हैं वहाँ, आपका ज़ाती अपना डेरा है, आपके पैसे नहीं है फिर भी बताना है। हम ये चाहते हैं कि यार पैसे ना होने की वजह से ना कोई बंदा घूमने ना आए ना, ये जाती है। जिस तरह मेरे पास पैसे नहीं, मेरा दिल चाह रहा है मैं कहीं किसी बाहर जाऊँ घूमूं, और पैसे ना होने की वजह से कितना मतलब अजीब सा लगता है ना। जी बिल्कुल ऐसा अब बहुत सारे लोग हैं जिनके दिल में ये ख्वाहिश दबी रह जाती हाँ जी, है। हाँ मैं कहता हूँ यार लोकल ट्रांसपोर्ट आती है पिंडी से ना, 1600 रुपये किराया लेती है, इधर उतार दें। ठीक यहाँ से हम आपको ना 500 रुपये में कमरा देंगे, ठीक ठीक आप इधर रहें, खाना 150 रुपये में दाल, मतलब जो वहाँ पे सब्जी दाल रोटी वो भी खाने, ये हमारे साथ ही शामिल। लेकिन आए ये नहीं है, ये शिकायत आपकी नहीं चलेगी कि यार पैसे नहीं तो नहीं जा सके। ये इनका कहने का मतलब ये है कि जैसे ही आपकी जेब इजाज़त देती है वहीं तक की आपकी डील, आपका पैकेज बना के आपको देंगे, तो उस हिसाब से आप अपने आप को मैनेज कर सकते हैं, अपने एक्सपेंसेस हैं उनको मैनेज करके इन निगार भाई के पास आ सकते हैं। वो सामने इनका जो लिखा हुआ है बंजारा निगार, 7 नंबर भी शो हो रहा है। तो जब भी आपको किसी चीज़ की ज़रूरत हो आप यहाँ से इनका नंबर ले, इनसे रब्ता करें, और आपको बाकायदा पैकेज बना के देंगे कि आप अगर आप इधर तक पहुँच जाते हैं। ये केल सिटी है या कस्बा है कोई छोटा? ये केल टाउन है, टाउन है, छोटा सा नीलम गाँव के क्या 2 है? टाउन है, एक अठमकाम और एक केल। अच्छा अच्छा नीलम का ये दूसरा बड़ा बाजार है केल। अच्छा अच्छा, केल एक आप बाजार समझ लें या एक छोटा सा केल कस्बा के सामने ही अड़ंग केल है, जी, केल से ही आगे तौबट है, केल से ही आगे शौंटर है। जी, जी। तो आप यहाँ पहुँचते हैं ना, यहाँ से आगे भी पैकेज देते हैं हम। जी बिल्कुल। जिस तरह पीछे गाड़ी अफोर्ड नहीं हो पा हाँ रही, जी, आप इधर आ जाइए, इधर से हम आपको जीप में बिठाएंगे, आगे आपकी 2 दिन का तौबट बुकिंग होगी, अड़ंग केल बुकिंग होगी, वो पूरा एक मतलब ज़बरदस्त निज़ाम दे रहे हैं। कि हमारा मकसद ये है कि लोग आएँ। जी, आपने अक्सर देखा होगा कि लोग जो है ना ज़्यादातर इस इलाकों में या किसी भी ऐसे इलाके में, शुमाली इलाका जात में आके ना ऐसे लोगों के हत्थे चढ़ जाते हैं कि जो आपको ना सही इन्फॉर्मेशन नहीं देते, सही जगह पे ट्रैवल नहीं करवा सकते या सही डेस्टिनेशन नहीं बताते। तो ये जो निगार भाई हैं इनके पास आए, ये एक तो खल्क़े खुदा के लिए बहुत अच्छा काम कर रहे हैं। अगर किसी के पास थोड़े से कम पैसे हैं तो ये उनको मैनेज करके अपने, कभी कभी इनको ऐसे भी होता है कि खुद से खर्चा करना पड़ता है, लेकिन कोशिश कीजिएगा आप ऐसा पैकेज बनवाएं जिनमें इनका भी फ़ायदा हो और आपका भी। तो ये थे हमारे निगार भाई, थैंक यू सो मच। अब आप खाना खाएं please। ओके, थैंक यू सो मच। खाना वगैरह हमने खा लिया माशाल्लाह। पीछे आप देख रहे हैं निगार भाई की सबसे बड़ी निशानी क्या है इस होटल की, कि इसके सामने बिल्कुल गवर्नमेंट गर्ल्स डिग्री कॉलेज है और इसके बिल्कुल अपोजिट जो है ना ये इनका होटल है, इनकी सर्विसेज होती हैं, और हमें ना अब वापसी का सफ़र करना पड़ेगा। थैंक यू सो मच सर, बहुत शुक्रिया, आपसे मिलकर वाकई बहुत अच्छा लगा। बहुत शुक्रिया, मज़ा तो आपसे मिलकर आया, Thank you, और thank you। दोबारा फिर आए इंशाल्लाह। हाँ जी, सबसे बड़ा है कि आपकी लोकेशन जो है ना ढूंढने में आसानी हो जाती है। गवर्नमेंट गर्ल्स डिग्री कॉलेज, उसके अपोजिट आपका जो है इसको हम होटल बोल सकते हैं, डेरा निगार। डेरा निगार। अच्छा, अगर कोई आए इधर तो आपको उसको रूम वगैरह को आपका जाती कोई नहीं है कि इस तरह का कि आप जाती हैं सारे, जिस तरह ये होटल है अपना है। अच्छा अच्छा अच्छा, तो ये कज़न हैं, भाई हैं उनके, अच्छा, अच्छा, अच्छा। रिश्तेदारों के, मतलब सारे अपने फैमिलीज के हैं। हम सोशल मीडिया पे हमें देखते हैं बंजारा निगाह नाम से, आपको वीडियो देख के पता चल जाएगा। ये आपकी मोहब्बतें, बिल्कुल आएँ, हम हाजिर हैं। थैंक यू सर, बहुत शुक्रिया, मिलते रहेंगे इंशाल्लाह अज़ीज़, अल्लाह हाफिज़। ਦੋਸਤੋ ਕੱਲ ਦੇ ਅਸੀਂ ਕੇਲ ਸਿਟੀ ਦੇ ਵਿੱਚ ਹੀ ਮੌਜੂਦ ਆ। ਕੇਲ ਸਿਟੀ ਵਾਲੀ ਸਾਈਡ ਤੋਂ ਆ ਰਸਤਾ ਆ ਰਿਹਾ ਤੇ ਇੱਧਰ ਜਾ ਰਿਹਾ ਅੱਗੇ ਤਾਓਬਟ ਨੂੰ। ਹੁਣ ਪਤਾ ਨਹੀਂ ਇਹ ਤਾਓਬਟ ਨੂੰ ਜਾ ਰਿਹਾ ਕਿ ਕੋਈ ਉੱਤੇ ਰਸਤਾ ਹੈ, ਉਹ ਤਾਓਬਟ ਨੂੰ ਜਾ ਰਿਹਾ। ਤੇ ਅਸੀਂ ਤਾਓਬਟ ਦਾ ਜਿਹੜਾ ਜਾਣ ਦਾ ਪਲਾਨ ਸੀ ਉਹ ਕੈਂਸਲ ਕਰ ਦਿੱਤਾ ਕਿਉਂਕਿ 2-3 ਦਿਨ ਸਾਡੇ ਇਸ ਮੁਕਾਮ ਤੇ केल ਦੇ मुकाम ਤੇ ਲੱਗ गए ने। अस्सलाम वालेकुम सर, कैसे हैं? ठीक है माशाल्लाह। अच्छा, ये कौन सी जगह है ये वाली जो है? ये केल गिरां है, राजा महला, अच्छा राजा महल्ला। अच्छा, ये चश्मा चौक किधर है? चश्मा चौक आगे जिधर से लेफ्ट की तरफ गाड़ी अच्छा, ये वाला पीछे चश्मा चौक है। अच्छा अच्छा, माशाल्लाह बड़ा खूबसूरत नज़ारा है। वो पानी किधर से आ रहा है? ये छोटा ताओबट वाली ये सड़क है या ऊपर वाली है?
अच्छा ये आगे जाके इस तरफ जा रही है। अच्छा अच्छा, ये सारी तौबा उठ के जाती है। इस तरफ ही जाती है ऊपर को, वो किधर जाती है? अच्छा अच्छा नाल आगे चिट्टा कट्ठा झील होती है। अच्छा अच्छा वहाँ भी टूरिस्ट जाते हैं। अच्छा अच्छा अच्छा, थैंक यू, बहुत शुक्रिया जी। ਇਹ ਬਜ਼ੁਰਗ ਜਿੰਨੇ ਵੀ ਇੱਥੇ ਕਸ਼ਮੀਰੀ ਮਿਲਦੇ ਮਾਸ਼ਾਅੱਲਾ ਬਹੁਤ ਪਿਆਰ ਕਰਨ ਵਾਲੇ ਤੇ ਬੜੇ ਮੁਹੱਬਤ ਕਰਨ ਵਾਲੇ ਹੁੰਦੇ ਨੇ, ਜਿਹਨੂੰ ਰਸਤਾ ਪੁੱਛੋ ਪੂਰੀ ਡਿਟੇਲ ਦੇ ਨਾਲ ਤੁਹਾਨੂੰ ਦੱਸਦਾ ਕਿ ਕਿੱਧਰ ਨੂੰ ਜਾਣਾ ਤੇ ਕਿੱਥੇ ਕਿੱਥੇ ਤੁਹਾਨੂੰ ਕੀ ਪ੍ਰੋਬਲਮ ਹੋ ਸਕਦੀ ਹੈ। ਹੁਣ ਅਸੀਂ ਕੇਲ ਗਾਉਂ ਨੂੰ ਖੈਰਬਾਦ ਕਹਿਣ ਵਾਲੇ ਹਾਂ, ਹੁਣ ਜਾਣਾ ਤੇ ਅੱਗੇ ਤੌਬਟ ਸੀ, ਲੇਕਿਨ ਕਿਉਂਕਿ ਅਨਫੋਰਚੂਨੇਟਲੀ ਅਵੈਸ ਜਿਹੜਾ ਸਾਡਾ ਕਿ ਟੀਮ ਮੈਂਬਰ ਹੈ ਉਹਨੂੰ ਚੋਟ ਲੱਗੀ ਸੀ ਤੇ ਉਹ ਜਿਹੜਾ ਕਾਫੀ ਜ਼ਿਆਦਾ ਉਦੋਂ ਜ਼ਖਮੀ ਹੋ ਗਿਆ, ਇੱਥੇ ਚੋਟ ਲੱਗੀ ਤੇ ਹੁਣ ਇੱਕ ਦਿਨ ਸਾਡਾ ਉਹਦੀ ਵਜ੍ਹਾ ਤੋਂ ਇੱਥੇ ਲੱਗ ਗਿਆ। ਤੇ ਹੁਣ ਅਸੀਂ ਤੌਬਟ ਨਹੀਂ ਜਾ ਰਹੇ, ਹੁਣ ਅਸੀਂ ਵਾਪਸ ਜਾ ਰਹੇ ਹਾਂ, ਇਸੇ ਰਸਤੇ ਸਾਡੀ ਵਾਪਸ ਜਾਵਾਂਗੇ। ਮੁਜ਼ੱਫਰਾਬਾਦ ਵਾਲਾ ਰਸਤਾ ਹੈ, ਇੱਕ ਮਕਾਮ ਹੈਗਾ ਰੱਤੀ ਗਲੀ, ਉੱਥੇ ਫਾਰਚੂਨਰ ਨਹੀਂ ਜਾ ਸਕਦੀ, ਉੱਥੇ ਜੀਪ ਜਾ ਸਕਦੀ ਜਿਹੜੀਆਂ ਕਿ ਇੱਥੇ ਆਮ ਚੱਲਦੀਆਂ 4x4। ਉਹ ਜੀਪ ਜਿਹੜੀ ਉਹਦੇ ਤੇ ਬੈਠ ਕੇ ਤੇ ਫਿਰ ਅੱਗੇ ਅਸੀਂ ਰੱਤੀ ਗਲੀ ਜਾਵਾਂਗੇ। ਸ਼ਾਇਦ 1-2 ਦਿਨ ਦਾ ਹੋਰ ਟੂਰ ਉੱਥੇ ਹੋਏ, ਉਸ ਤੋਂ ਬਾਅਦ ਫਿਰ ਅੱਗੇ ਅਸੀਂ ਵਾਪਸ ਜਾਵਾਂਗੇ। ਤੇ ਅੱਜ ਅਸੀਂ ਕੇਲ ਜਿਹੜਾ ਹੈ ਮਾਸ਼ਾਅੱਲਾ ਖੂਬਸੂਰਤ ਜਿਹਾ ਇਲਾਕਾ, ਇਹਨੂੰ ਕਰਨ ਵਾਲੇ ਹਾਂ ਖੈਰਬਾਦ। ਪੂਰੇ ਪਾਕਿਸਤਾਨ ਤਰ੍ਹਾਂ ਕੇਲ ਦੇ ਵਿੱਚ ਵੀ ਇੱਕ ਚੀਜ਼ ਜਿਹੜੀ ਮੈਨੂੰ ਬਿਲਕੁਲ ਨਹੀਂ ਪਸੰਦ ਆਈ, ਜਿਹੜੀ ਕਿ ਸਾਡੀ ਪਾਕਿਸਤਾਨ ਦਾ ਹੁਣ ਟ੍ਰੇਡਮਾਰਕ ਬਣਦਾ ਜਾ ਰਿਹਾ, ਉਹ ਇਹ ਕਿ ਗੰਦਗੀ ਜਿਹੜੀ ਹੈ ਹਰ ਪਾਸੇ ਗੰਦਗੀ ਤੇ ਸਮੈਲ ਬਹੁਤ ਜ਼ਿਆਦਾ ਹੈ ਕੇਲ ਦੇ ਵਿੱਚ। ਤੇ ਜਿਹੜਾ ਅਡੰਗ ਕੇਲ ਸੀ ਜਿੱਥੇ ਅਸੀਂ ਉੱਤੇ ਗਏ ਸਾਂ, ਉਹ ਮਾਸ਼ਾਅੱਲਾ ਸਾਫ਼ ਸੁਥਰਾ ਤੇ ਖੂਬਸੂਰਤ ਹੈ, ਉੱਥੇ ਇੰਨੀ ਆਬਾਦੀ ਵੀ ਨਹੀਂ ਹੈਗੀ। ਲੇਕਿਨ ਕੇਲ ਦੇ ਵਿੱਚ ਕੇਲ ਦੀਆਂ ਗਲੀਆਂ ਬਹੁਤ ਗੰਦੀਆਂ, ਸਮੈਲ ਆਉਂਦੀ, ਲੋਕਾਂ ਨੇ ਕਚਰਾ ਵਗੈਰਾ ਗਲੀਆਂ ਦੇ ਵਿੱਚ, ਉਹ ਸਾਹਮਣੇ ਵੀ ਤੁਸੀਂ ਦੇਖ ਸਕਦੇ ਹੋ ਇਸ ਤਰ੍ਹਾਂ ਦੇ ਜਿਹੜੇ ਨਾਲੇ ਨੇ ਨਾ ਉਹ ਕਚਰੇ ਦੇ ਨਾਲ ਬਿਲਕੁਲ ਭਰੇ ਹੋਏ ਨੇ ਤੇ ਸਮੈਲ ਮਾਰਦੇ ਇੰਨੀ ਜ਼ਿਆਦਾ। ਕੋਈ ਇੱਥੇ ਇੰਨਾ ਜ਼ਿਆਦਾ ਇਨਫਰਾਸਟ੍ਰਕਚਰ ਨਹੀਂ ਹੈਗਾ ਕਿ ਇਹਦੀ ਸਫਾਈ ਦਾ ਇੰਤਜ਼ਾਮ ਨਹੀਂ ਹੈਗਾ। ਇੰਨਾ ਖੂਬਸੂਰਤ ਇਲਾਕਾ, ਲੋਕ ਬੜੀ ਦੂਰੋਂ ਇੱਥੇ ਵਿਜ਼ਿਟ ਕਰਨ ਆਉਂਦੇ ਨੇ ਕਿ ਉਹਨਾਂ ਨੂੰ ਕੋਈ ਅੱਛਾ ਮਾਹੌਲ ਮਿਲ ਸਕੇ। ਲੇਕਿਨ ਗੰਦਗੀ, ਮਕਾਮੀ ਲੋਕ ਵੀ ਤੰਗ ਨੇ ਤੇ ਉਹ ਲੋਕ ਵੀ ਤੰਗ ਨੇ ਜਿਹੜੇ ਇੱਥੇ ਵਿਜ਼ਿਟ ਕਰਨ ਆਉਂਦੇ ਨੇ, ਜਿਹੜੇ ਇੱਥੇ ਟੂਰ ਕਰਨ ਆਉਂਦੇ ਨੇ। ਮੈਂ ਹੋ ਰਿਹਾ ਸੀ ਲੇਟ ਕਿਉਂਕਿ ਬਹੁਤ ਜ਼ਿਆਦਾ ਸਫ਼ਰ ਕਰਕੇ ਮੈਂ ਅੱਗੇ ਜਾ ਚੁੱਕਿਆ ਸੀ, ਜਿੱਥੇ ਕਿ ਤੁਹਾਨੂੰ ਦਿਖਾਇਆ ਉਹ ਗਾਉਂ ਸੀ, ਕੇਲ ਦਾ ਗਾਉਂ ਸੀ। ਤੇ ਆ ਭਾਈ ਹੋਰਾਂ ਨੂੰ ਮੈਂ ਕਿਹਾ ਭਾਈ ਜਾਨ ਲਿਫਟ ਚਾਹੀਦੀ ਹੈ, ਉਹਨਾਂ ਨੇ ਕਿਹਾ ਠੀਕ ਹੈ ਬੈਠ ਜਾਓ ਪਿੱਛੇ। ਹੁਣ ਮੈਂ ਇੱਥੇ ਲਟਕ ਕੇ ਤੇ ਜਾ ਰਿਹਾ ਉਹ ਹੋਟਲ ਜਿੱਥੇ, ਉੱਥੇ ਤੱਕ ਜਾ ਰਿਹਾ। ਤੇ ਮਾਸ਼ਾਅੱਲਾ ਬੜੇ ਹੀ ਇੱਕ ਦੂਸਰੇ ਦਾ ਖਿਆਲ ਰੱਖਦੇ ਨੇ, ਬੜੇ ਮਦਦਗਾਰ ਸਾਬਤ ਹੁੰਦੇ ਨੇ। ਜਿਹੜੇ ਲੋਕ ਨੇ ਜਿਹਨੂੰ ਵੀ ਪੁੱਛ ਲਈਏ ਯਾਰ ਰਸਤਾ ਪੁੱਛਣਾ ਜਾਂ ਕੋਈ ਸਵਾਰੀ ਲੈਣੀ ਹੈ, ਪਿੱਛੋਂ ਮੈਂ ਮੋਟਰਸਾਈਕਲ ਵਾਲੇ ਨਾਲ ਬੈਠ ਕੇ ਆਇਆ ਤੇ ਹੁਣ ਆ ਗੱਡੀ ਵਾਲੇ ਨੂੰ ਕਿਹਾ ਯਾਰ ਮੈਨੂੰ ਉਹ ਅੱਗੇ ਤੱਕ ਲੈ ਜਾ, ਉਹਨੇ ਕਿਹਾ ਕੋਈ ਮਸਲਾ ਨਹੀਂ ਯਾਰ, ਆ ਜਾ ਸਾਡੇ ਨਾਲ। ओके सर, बहुत शुक्रिया, थैंक यू। मैं व्लॉग भी बनाता हूँ। ओके थैंक यू, अल्लाह हाफिज़। रात भी ਅਸੀਂ ਇਸ ਪਿਆਰੇ ਜਿਹੇ ਹੋਟਲ ਦੇ ਵਿੱਚ ਡਿਨਰ ਕੀਤਾ ਸੀ ਤੇ ਹੁਣ ਵੀ ਨਾਸ਼ਤਾ ਕਰ ਰਹੇ ਹਾਂ। ਦੇਖੋ ਐਡਾ ਜ਼ਬਰਦਸਤ F&F ਫਨ ਐਂਡ ਫੀਸਟ ਰੈਸਟੋਰੈਂਟ, ਮਾਸ਼ਾਅੱਲਾ ਕਿੱਡਾ ਜ਼ਬਰਦਸਤ। ਰਾਤੀ ਇੱਥੇ ਸਾਡੀਆਂ ਚੇਅਰਾਂ ਲੱਗੀਆਂ ਸੀ, ਇੱਥੇ ਮਿਊਜ਼ਿਕ ਚੱਲ ਰਿਹਾ ਸੀ, ਹਲਕਾ ਹਲਕਾ ਮਸਤੀ ਵਾਲਾ ਮਾਹੌਲ ਸੀ। ਆ ਐਡਾ ਖੂਬਸੂਰਤ ਜਿਹਾ ਨਜ਼ਾਰਾ ਸੀ ਤੇ ਬੈਕ ਸਾਈਡ ਤੇ ਸਾਡੇ ਪਿਆਰਾ ਜਿਹਾ ਝਰਨਾ ਚੱਲ ਰਿਹਾ ਸੀ। ਹਾਂਜੀ, ਤੇ ਇੱਧਰ ਗੇਮਾਂ ਵਗੈਰਾ ਲੱਗੀਆਂ, ਅਗਰ ਬੱਚੇ ਆਉਂਦੇ ਤੇ ਗੇਮਾਂ ਵੀ ਤੁਸੀਂ ਖੇਡ ਸਕਦੇ ਹੋ। ਤੁਸੀਂ ਟਿਕਟੋਕ ਸਾਡੀਆਂ ਦੇਖੀਆਂ ਹੋਣੀਆਂ, ਗੇਮਾਂ ਸਾਰੀਆਂ ਉਹਦੇ ਵਿੱਚ ਅਸੀਂ ਕਵਰ ਕੀਤੀਆਂ। ਨਾਸ਼ਤਾ ਆ ਗਿਆ ਮਾਸ਼ਾਅੱਲਾ, ਤੇ ਨਾਸ਼ਤਾ ਕਰਕੇ ਟਾਈਮ ਬਹੁਤ ਸ਼ਾਰਟ ਹੈ ਤੇ ਫਿਰ ਅੱਗੇ ਨਿਕਲਣਾ ਰੱਤੀ ਗਲੀ। ਮਾਸ਼ਾਅੱਲਾ ਜੀ ਮਾਸ਼ਾਅੱਲਾ, ਫਨ ਐਂਡ ਫੀਸਟ ਦੀ ਤਰਫੋਂ ਨਾਸ਼ਤਾ ਲੱਗ ਚੁੱਕਿਆ, ਰੈਡੀ ਹੋ ਚੁੱਕਿਆ ਮਾਸ਼ਾਅੱਲਾ। ਮੇਰੇ ਖਿਆਲ ਦੇ ਵਿੱਚ ਇਹ ਪੂਰੇ ਇਲਾਕੇ ਦੇ ਵਿੱਚ ਕੇਲ, ਅੜਨ ਕੇਲ, 2 ਇਲਾਕੇ ਨੇ, 2 ਗਾਉਂ ਨੇ। ਇਹਨਾਂ ਦੋਵਾਂ ਗਾਵਾਂ ਦੇ ਵਿੱਚ ਸਭ ਤੋਂ ਬਿਹਤਰ ਜਿਹੜੀ ਸਭ ਤੋਂ ਜ਼ਬਰਦਸਤ ਜਗ੍ਹਾ ਲੱਗੀ ਹੈ ਨਾ, ਉਹ ਹੈਗਾ ਫਨ ਐਂਡ ਫੀਸਟ ਹੋਟਲ ਐਂਡ ਰੈਸਟੋਰੈਂਟ। व्यूअर एक माशाल्लाह चश्मे दे नालों गुजरते पैसे तो मैं जाना बेटा, मैं यार चेक करो क्या निज़ाम है पिया, क्या निज़ाम है कुदरत है। पहाड़ों के विचों पानी आता पे पिया, छोड़ो इधर माहौल चेक करो। आए हाय 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 बैठा चलो। वापसी का सफर जारी हो साड़िए दोस्तों, तो रात चश्मे आई जा रहे माशाल्लाह। देखो माहौल कितना जबरदस्त है। ओए होए होए गड्डी फंस गई, गड्डी फिर फंस गई साड़ी। जट बड़ा मजा आ गया। ਦੋਸਤੋ ਵਾਪਸੀ ਦਾ ਸਫ਼ਰ ਸਾਡਾ ਜਾਰੀ ਹੋ ਸਾਰੀ ਹੈ। ਸਾਹਮਣੇ ਗੱਡੀ ਵਾਸ਼ ਹੋ ਰਹੀ ਤੇ ਅਸੀਂ ਰੈਸਟ ਕਰ ਰਹੇ ਹਾਂ। ਹੁਣ ਅਸੀਂ ਇੱਥੇ ਬੈਠ ਕੇ ਤੇ ਪਿਆਸ ਲੱਗੀ ਸੀ, ਇੱਕ ਪਾਣੀ ਪੀਵਾਂਗੇ ਇਸ ਚਸ਼ਮੇ ਦਾ ਤਾਜ਼ਾ ਪਾਣੀ। ਉਸ ਤੋਂ ਇਲਾਵਾ ਅਖਰੋਟ ਲੈ ਕੇ ਆਏ ਆ, ਇਹ ਦਿੱਤੇ ਸੀ ਸਾਨੂੰ ਇੱਕ ਫੈਮਿਲੀ ਨੇ ਜਿਨ੍ਹਾਂ ਕੋਲ ਅਸੀਂ ਸਟੇ ਕੀਤਾ ਸੀ, ਉਹਨਾਂ ਨੇ ਸਾਨੂੰ ਗਿਫਟ ਦਿੱਤੇ ਸੀ ਕਾਫੀ ਸਾਰੇ ਅਸੀਂ ਖਾ ਚੁੱਕੇ ਹਾਂ। ਤੇ ਇਹ ਹੁਣ ਇੱਥੇ ਨਾਲੇ ਤੋੜ ਕੇ ਪਨ ਕੇ ਖਾਵਾਂਗੇ, ਨਾਲੇ ਠੰਡਾ ਪਾਣੀ ਪੀਵਾਂਗੇ। ਅਸੀਂ ਸਾਰੇ ਦੋਸਤ ਰੱਤੀ ਗਲੀ ਵਾਲੀ ਸਾਈਡ ਤੇ ਜਾ ਰਹੇ ਸੀ ਵਾਪਸ, ਲੇਕਿਨ ਹਜੇ ਆਪਣੇ ਮੁਕਾਮ ਤੇ ਆਪਣੀ ਡੈਸਟੀਨੇਸ਼ਨ ਤੇ ਨਹੀਂ ਪਹੁੰਚੇ। ਤੇ ਰਾਸਤੇ ਦੇ ਵਿੱਚ ਅਸੀਂ ਥੋੜਾ ਜਿਹਾ ਇੰਜੋਏ ਕਰ ਰਹੇ ਹਾਂ। ਇੱਕ ਚਸ਼ਮਾ ਆ ਰਿਹਾ ਸਾਹਮਣੇ, ਬਹੁਤ ਸਾਰੇ ਚਸ਼ਮੇ ਤੁਹਾਨੂੰ ਰਸਤੇ ਦੇ ਵਿੱਚ ਨਜ਼ਰ ਆਉਣਗੇ, ਲੇਕਿਨ ਹਰ ਚਸ਼ਮੇ ਦਾ ਪਾਣੀ ਪੀ ਨਹੀਂ ਲੈਣਾ, ਮੁਕਾਮੀ ਲੋਕਾਂ ਕੋਲੋਂ ਪੁੱਛ ਲੈਣਾ
ਕਈ ਚਸ਼ਮੇ ਜਿਹੜੇ ਜਿਵੇਂ ਆਹ ਚਸ਼ਮਾ ਇਹ ਪੀਣ ਦੇ ਕਾਬਿਲ ਨਹੀਂ ਹੈਗਾ ਤਾਂ ਪਾਣੀ, ਇਹ ਉੱਤੇ ਆਬਾਦੀ ਦੇ ਵਿੱਚੋਂ ਹੋ ਕੇ ਆ ਰਿਹਾ ਤੇ ਬਹੁਤ ਸਾਰਾ ਕਚਰਾ ਜਿਹੜਾ ਇੱਥੇ ਤੁਹਾਨੂੰ ਸਾਹਮਣੇ ਨਜ਼ਰ ਆਏਗਾ। ਥੱਲੇ ਕਚਰਾ ਮੈਂ ਦੇਖ ਕੇ ਆਇਆ, ਅੱਗੇ ਕਚਰਾ ਵੀ ਹੈਗਾ ਤੇ ਹਰ ਚਸ਼ਮੇ ਤੋਂ ਪਾਣੀ ਨਹੀਂ ਪੀ ਲੈਣਾ। ਉਸ ਚਸ਼ਮੇ ਤੋਂ ਪਾਣੀ ਪੀਣਾ ਇੱਕ ਤੇ ਬਹੁਤ ਜ਼ਿਆਦਾ ਜਿੱਥੇ ਪਾਣੀ ਦਾ ਬਹਾਅ ਜ਼ਿਆਦਾ ਹੋਏ, ਬੜਾ ਵੱਡਾ ਚਸ਼ਮਾ ਹੈ, ਜਾਂ ਫਿਰ ਜਿਹੜਾ ਮਕਾਮੀ ਲੋਕਾਂ ਕੋਲੋਂ ਕਨਫਰਮ ਕਰ ਲੈਣਾ ਕਿ ਪਾਣੀ ਪੀਣ ਵਾਲਾ ਹੈ ਜਾਂ ਨਹੀਂ। ਸਾਡਾ ਸਫ਼ਰ ਹੁਣ ਉੱਤੋਂ ਦੀ ਜਾਰੀ ਹੈ, ਉਹ ਸਾਰੀ ਉੱਤਲੀ ਸਾਈਡ ਨੂੰ, ਤੇ ਉੱਤੇ ਜਾ ਕੇ ਅਸੀਂ ਥੋੜਾ ਜਿਹਾ ਇੱਕ ਛੋਟਾ ਜਿਹਾ ਬੱਚਾ ਮਿਲ ਗਿਆ ਸੀ, ਉਹ ਕਹਿੰਦਾ ਜੀ ਉੱਤੇ ਆਓ ਤੁਹਾਨੂੰ ਪਿਆਰਾ ਜਿਹਾ ਸੀਨ ਦਿਖਾਈਏ। ਇੱਥੇ ਮੈਦਾਨੀ ਇਲਾਕਾ ਉੱਤੇ, ਤੇ ਹੁਣ ਅਸੀਂ ਉੱਥੇ ਜਾ ਰਹੇ ਮੈਦਾਨੀ ਇਲਾਕਾ ਤੁਹਾਨੂੰ ਦਿਖਾਉਂਦੇ ਹਾਂ। ਸਾਹ ਬਹੁਤ ਚੜ ਜਾਂਦਾ ਜਦੋਂ ਇਸ ਤਰ੍ਹਾਂ ਦੀ ਚੜਾਈ ਚੜੀ ਦੀ ਨਾ। ਦੇਖੋ ਕਿੱਥੋਂ ਆ ਗਏ ਅਸੀਂ, ਉਹ ਸਾਹਮਣੇ ਸੜਕ ਨਜ਼ਰ ਆ ਰਹੀ, ਉੱਥੋਂ ਘੁੰਮ ਕੇ ਤੇ ਆਏ ਹਾਂ ਅਸੀਂ। ਹੋਏ 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 ਮਾਸ਼ਾਅੱਲਾ, ਹੋਏ ਹੋਏ। ਤੰਗੀ ਤੇ ਬੜੀ ਹੁੰਦੀ ਹੈ, ਜਦੋਂ ਉਸ ਪੁਆਇੰਟ ਤੇ ਪਹੁੰਚ ਜਾਈਦਾ ਉਦੋਂ ਬੜਾ ਮਜ਼ਾ ਆਉਂਦਾ। ਮਾਸ਼ਾਅੱਲਾ ਮਾਸ਼ਾਅੱਲਾ ਜੀ, ਜਿਹੜੀ ਅਸੀਂ ਜਗ੍ਹਾ ਤੇ ਪਹੁੰਚੇ ਹੋਏ ਹਾਂ, ਆਲੇ ਦੁਆਲੇ ਤੁਸੀਂ ਚੈੱਕ ਕਰ ਲਓ, ਪਹਾੜ ਹੀ ਪਹਾੜ, ਥੱਲੇ ਦਰਿਆ ਨੀਲਮ ਚੱਲ ਰਿਹਾ ਤੇ ਅਸੀਂ ਇਸ ਟਾਈਮ ਇੱਥੇ ਬੈਠੇ ਹੋਏ ਹਾਂ। ਕੀ ਨਾਮ ਦੱਸੇ भाई? अवैस। वाह भाई, तेरा हम नाम निकला है अवैस यारी। इसका नाम भी अवैस है, पता आपको? पता है? अच्छा, इसका मतलब है ये रेगुलर व्यूअर है। ਇਹਨਾਂ ਪਹਾੜਾਂ ਦੇ ਵਿੱਚ, ਕਸ਼ਮੀਰ ਦੇ ਪਹਾੜਾਂ ਦੇ ਵਿੱਚ ਜਦੋਂ ਵੀ ਤੁਹਾਨੂੰ ਇਸ ਤਰ੍ਹਾਂ ਦੀਆਂ ਬਸਤੀਆਂ ਨਜ਼ਰ ਆਉਣ ਤੇ ਉਹਨਾਂ ਦੀ ਇੱਕ ਯੂਨੀਕ ਜੀ ਗੱਲ ਤੁਹਾਨੂੰ ਦੱਸਾਂ, ਉਹ ਯੂਨੀਕ ਗੱਲ ਇਹ ਹੈ ਕਿ ਸਾਰੀਆਂ ਬਸਤੀਆਂ ਜਿਹੜੀਆਂ ਨਾ, ਜਿੱਥੇ ਜਿੱਥੇ ਵੀ ਤੁਹਾਨੂੰ ਮਿਲੇ, ਇੱਕ ਆਦਮੀ ਦੀ ਔਲਾਦ ਜਾਂ ਇੱਕ ਹੀ ਇਹਨਾਂ ਦਾ ਦਾਦਾ ਹੁੰਦਾ। ਆ ਹੁਣ ਜਿਵੇਂ ਆਹ ਬਸਤੀ ਹੈ, ਸਾਰੀ ਦਾ ਇੱਕ ਹੀ ਦਾਦਾ ਹੈ, ਇੱਕ ਹੀ ਦਾਦਾ, ਇੱਕ ਹੀ ਇਨਸਾਨ ਦੀ ਔਲਾਦ ਹੈ ਸਾਰੀ। ਇਸ ਤੋਂ ਅੱਗੇ ਜਿੰਨੀਆਂ ਵੀ ਬਸਤੀਆਂ ਆਉਂਦੀਆਂ, ਅਸੀਂ ਰਾਹ 'ਚ ਪੁੱਛਦੇ ਆਏ ਹਾਂ ਤੇ ਇੱਥੇ ਆ ਕੇ ਫਿਰ ਪੁੱਛਿਆ ਤੇ ਮੁੰਡੇ ਨੇ ਕਿਹਾ ਜੀ ਇਹ ਵੀ ਇੱਕ ਹੀ ਦਾਦੇ ਦੀ ਔਲਾਦ ਹੈ। ਜਿਵੇਂ ਅੜੰਕੇਲ ਤੇ ਇੱਕ ਹੀ ਦਾਦੇ ਦੀ ਸਾਰੀ ਔਲਾਦ ਸੀ, ਸੇਮ ਇਸੇ ਤਰ੍ਹਾਂ ਇੱਥੇ ਵੀ ਇੱਕ ਹੀ ਦਾਦੇ ਦੀ ਸਾਰੀ, ਅਜਨੀ ਚਾਚੇ ਤਾਏ ਮਾਮੀਆਂ ਫੁੱਫੀਆਂ चाचियाँ सारे दे सारे रिश्तेदार ने। ये छोटा सा बेबी जो है, प्यारा सा बच्चा, ये इसका नाम है अमानुल्लाह। कैसे अमानुल्लाह? ठीक हो? बोलो। बड़ी बातें करता है ये, बहुत बातें करता है, लेकिन कैमरे को देख के शर्मा रहा है। ऐसे ही है, ये बता रहा है कि ये सामने जो है ना ये पहाड़, ये जब 4 बजे हम निकलते हैं इस पहाड़ के लिए और 8:30 बजे रात को वहाँ पहुँचते हैं। 4 से 5, 4.5 से 5 घंटे लगते हैं वहाँ तक पहुँचते हुए। और इस पहाड़ के ऊपर इनकी बहक है। बहक उसको बोलते हैं जहाँ बहुत सारे जानवर बांधे हों, कोई खेत हो उसके अंदर जानवर वगैरह या अपने जो मवेशी हैं वो बांधे होते हैं ना, उसको बहक बोलते हैं। और ये इधर जाते हैं और ये दरिया के अंदर एक पुल बना हुआ है, वहाँ से होके ये सीधा इधर से चढ़ते हैं आप लोग। अच्छा वाह, उधर से जाते हैं ऊपर। उधर से जाते हो? आगे पुल है? नहीं, पुल कहाँ है? पुल ये नीचे है। पुल इधर ही है? अच्छा, इधर से पुल है, फिर इधर से होके आगे जाते हैं, वो सीधा ऊपर चढ़ते हैं आबादी के साथ साथ। दोस्तों ਅੱਜ ਦਾ ਵਲੌਗ ਇੱਥੋਂ ਤੱਕ ਸੀ, ਸਾਨੂੰ ਦਿਓ ਇਜਾਜ਼ਤ। ਨੈਕਸਟ ਵਲੌਗ ਜਿਹੜਾ ਰੱਤੀ ਗਲੀ ਦਾ ਅਸੀਂ ਵਿਜ਼ਿਟ ਕਰਨ ਵਾਲੇ ਆ, ਉਹ ਸਾਰਾ ਵਿਜ਼ਿਟ, ਉਹ ਸਾਰੀ ਵੀਡੀਓ ਤੁਹਾਨੂੰ ਨੈਕਸਟ ਵਲੌਗ ਦੇ ਵਿੱਚ ਇਨਸ਼ਾਅੱਲਾ ਮਿਲੇਗੀ। ਤੇ ਅੱਜ ਦੇ ਵਲੌਗ ਦਾ ਇੱਥੇ ਐਂਡ ਕਰਦੇ ਹਾਂ ਇਨਸ਼ਾਅੱਲਾ ਅਜ਼ੀਜ਼। ਤੇ ਨਾਲ ਦੋਸਤੋ ਇਜਾਜ਼ਤ, ਨੈਕਸਟ ਵੀਡੀਓ ਫਿਰ ਇਨਸ਼ਾਅੱਲਾ ਅਜ਼ੀਜ਼ ਖੂਬਸੂਰਤ ਮਕਾਮਾਤ ਤੇ ਰੱਤੀ ਗਲੀ ਦਾ ਤੁਹਾਨੂੰ ਵਿਜ਼ਿਟ ਕਰਾਵਾਂਗੇ। ਥੈਂਕ ਯੂ ਸੋ ਮਚ, ਬਾਏ।